ਵਾਹਿਗੁਰੂ ਜੀ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਾਰੈ, ਕਬਹੂ ਨਾ ਛਾਡੈ ਖੇਤ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਇ ਨਾ ਮਿਟੈ ਦਾਤ। ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਹਕ ਹਕ ਆਗਾਹ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਛੋਟੇ ਸੁਤ ਗੁਜਰੀ ਜੀ, ਗੰਗੂ ਪਾਪੀ ਨਾਲ ਲੀਏ। ਖੇੜੀ ਮਹਿ ਆਏ ਬਣ ਨਿਮਕ ਹਰਾਮੀਆਂ। ਸਾਹਿਬ ਕੌਰ ਸੁੰਦਰੀ ਜੀ, ਮਣੀ ਸਿੰਘ ਆਦ ਸੇਵੈ। ਦਿੱਲੀ ਸਿੱਖ ਪ੍ਰੇਮੀ ਸੰਗ ਭੇਜੀ ਗੁਰ ਸੁਆਮੀਆਂ। ਸਿੰਘ ਬਹੁ ਜੰਗ ਕਰੈ, ਪਹਾੜੀ ਤੇ ਤੁਰਕ ਮਰੈ। ਪਾਵੰਦੇ ਸ਼ਹੀਦੀ ਸਿੰਘ ਧਰਮ ਰਖਾਮੀਆਂ। ਸਰਸਾ ਬਹੁ ਚੜਾ, ਆਏ ਜੰਗ ਬਹੁ ਜੋਰੀ ਹੁਆ। ਰੁੜੇ ਕਈ ਮਰੇ, ਲਈ ਮੋਖ ਸੁਖ ਧਾਮੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸੰਗਤ ਜੀਓ। ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ, ਦਸ਼ਮੇਸ਼ ਪਿਤਾ ਸ਼ਸਤਰਧਾਰੀ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਹਾਨ ਕੁਰਬਾਨੀਆਂ ਭਰਿਆ, ਸ਼ਹਾਦਤਾਂ ਭਰਿਆ ਇਤਿਹਾਸ ਕੁਝ ਦਿਨਾਂ ਤੋਂ ਪੜ੍ਹ ਸੁਣ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਹੋਇਆਂ, ਮਹਾਰਾਜ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਚੇਤੇ ਕਰਦਿਆਂ ਹੋਇਆਂ, ਸਤਿਗੁਰਾਂ ਨੂੰ ਰੋਮ ਰੋਮ ਕਰਕੇ ਨਮਸਕਾਰਾਂ ਕਰ ਰਹੇ ਹਾਂ। ਆਪਾਂ ਪਿਛਲੇ ਪ੍ਰਕਰਨ ਦੇ ਅਨੁਸਾਰ ਜੋ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕੀਤਾ ਵੀ ਜਿਵੇਂ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ, ਕਿਸ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਉੱਤੇ ਦਿੱਲੀ ਦੀ ਫੌਜ ਨੇ, ਵਜੀਦੇ ਦੀ ਫੌਜ ਨੇ, ਲਾਹੌਰ ਦੇ ਸੂਬੇ ਦੀ ਫੌਜ ਨੇ ਤੇ ਪਹਾੜੀ ਰਾਜਿਆਂ ਦੀ ਫੌਜ ਨੇ, ਪਹਾੜੀਆਂ ਨੇ ਹਮਲਾ ਕੀਤਾ। ਅਨੰਦਪੁਰ ਸਾਹਿਬ ਤੋਂ ਲੈ ਕਰਕੇ ਸਰਸਾ ਦੇ ਘਾਟ ਤੱਕ ਜੰਗ ਹੁੰਦਾ ਆਇਆ ਔਰ 6 ਪੋਹ ਦਾ ਰਾਤ ਤੇ 7 ਪੋਹ ਦੇ ਦਿਨ ਦਾ ਚੜ੍ਹਾਅ ਸੀ। ਉਹ ਸਰਸਾ ਦੇ ਕੰਢੇ ਤੇ ਮਹਾਰਾਜ ਸਾਹਿਬ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਫਿਰ ਸਰਸਾ ਪਾਰ ਕੀਤੀ, ਦਰਿਆ ਚੜ੍ਹਿਆ ਹੋਇਆ ਸੀ, ਬੂੰਦਾਬਾਂਦੀ ਹੋ ਰਹੀ ਸੀ, ਬੱਦਲਾਂ ਦੇ ਵਿੱਚ ਬਿਜਲੀ ਲਿਸ਼ਕ ਰਹੀ ਸੀ। ਤਾਂ ਮਹਾਰਾਜ ਸਾਹਿਬ ਜੀ ਨੇ ਜਦੋਂ ਸਰਸਾ ਦਰਿਆ ਪਾਰ ਕੀਤਾ ਤੇ ਗੁਰੂ ਸਾਹਿਬ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਹੋਇਆ। ਇੱਥੋਂ ਅੱਗੇ ਆਪਾਂ ਲੜੀਵਾਰ ਇਤਿਹਾਸ ਦੇ ਦਰਸ਼ਨ ਕਰਦੇ ਹਾਂ। ਇਹਨੂੰ ਕਹਿੰਦੇ ਹਨ ਸਰਵਣ ਦਰਸ਼ਨ। ਇੱਕ ਗੁਰੂ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ।
ਇੱਕ ਆ ਪ੍ਰਤੱਖ ਗੁਰੂ ਜੀ ਦੇ ਦਰਸ਼ਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸੀਂ ਦੀਦਾਰ ਕਰਦੇ ਹਾਂ, ਖਾਲਸੇ ਦੇ ਗੁਰਸੰਗਤ ਦੇ ਪ੍ਰਤੱਖ ਦਰਸ਼ਨ ਕਰਦੇ ਹਾਂ। ਇੱਕ ਹੁੰਦੇ ਹਨ ਸਰਵਣ ਦਰਸ਼ਨ, ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹਨਾ ਤੇ ਫਿਰ ਉਸ ਨੂੰ ਸੁਣਨਾ ਤੇ ਆਪਣੇ ਹਿਰਦੇ ਦੇ ਵਿੱਚ ਭਾਵਨਾ ਦੇ ਨਾਲ ਉੱਥੇ ਵੀ ਮਹਾਰਾਜ ਸਾਹਿਬ ਜੀ ਨੇ ਹੁਣ ਅਨੰਦਪੁਰ ਸਾਹਿਬ ਛੱਡਿਆ, ਹੁਣ ਇੱਥੇ ਆਏ, ਹੁਣ ਇੱਥੋਂ ਅੱਗੇ ਇੱਧਰਲੇ ਪਾਸੇ ਗਏ, ਨਾਲ ਸੁਰਤੀ ਨੇ ਜਾਣਾ, ਨਾਲ ਧਿਆਨ ਨੇ ਜਾਣਾ। ਹੁਣ ਸਿੱਖ ਕਿਤੇ ਵੀ ਬੈਠਾ ਹੈ, ਦੇਸ਼ ਵਿੱਚ ਵਿਦੇਸ਼ ਵਿੱਚ, ਪਰ ਉਹਦਾ ਧਿਆਨ ਸ੍ਰੀ ਅਨੰਦਪੁਰ ਸਾਹਿਬ ਹੈ। ਇਸ ਪੋਹ ਦੇ ਮਹੀਨੇ ਦੇ ਵਿੱਚ ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਮਾਛੀਵਾੜੇ ਦੇ ਜੰਗਲ, ਇਹ ਧਿਆਨ ਇੱਥੇ ਹੈ। ਤਾਂ ਉਹ ਫਿਰ ਜਿਹੜਾ ਸਮਾਂ ਇਹ ਵਿਚਲਾ, ਉਹ ਦੂਰੀ ਵਿੱਥ ਮਿਟ ਕਰਕੇ ਤੇ ਗੁਰੂ ਸਾਹਿਬ ਜੀ ਦੇ ਧਿਆਨ ਦੇ ਨਾਲ ਦਰਸ਼ਨ ਤੇ ਗੁਰੂ ਸਾਹਿਬ ਜੀ ਦੀਆਂ ਕੁਰਬਾਨੀਆਂ ਨੂੰ ਨਮਸਕਾਰਾਂ ਸਿੱਖ ਕਰਦਾ। ਇਹ 316 ਸਾਲ ਪਹਿਲਾਂ 1761 ਬਿਕਰਮੀ ਸੰਮਤ ਤੇ 1704 ਈਸਵੀ ਸਨ, ਜਦੋਂ ਮਹਾਰਾਜ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤੇ ਇਹ ਕੁਰਬਾਨੀਆਂ ਹੋਈਆਂ। ਤੇ 7 ਪੋਹ ਦੇ ਦਿਨ ਦਾ ਚੜ੍ਹਾਏ ਜਦੋਂ ਮਹਾਰਾਜ ਸਾਹਿਬ ਜੀ ਸਰਸਾ ਪਾਰ ਕਰ ਰਹੇ ਹਨ, ਜੋ ਪਰੰਪਰਾ ਅਨੁਸਾਰ ਅਨੰਦਪੁਰ ਸਾਹਿਬ ਜਿਵੇਂ ਇਹ ਦਿਹਾੜਾ ਮਨਾਇਆ ਜਾਂਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਦੋਂ ਸਰਸਾ ਪਾਰ ਕੀਤੀ ਤੇ ਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਹੋਇਆ। ਇੱਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਵੱਡੇ ਸਾਹਿਬਜ਼ਾਦੇ ਤੇ 40 ਸਿੰਘ, ਇੱਕ ਪਾਸੇ ਗੁਰੂ ਸਾਹਿਬ ਜੀ ਦੀਆਂ ਧਰਮ ਪਤਨੀਆਂ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਤੇ ਭਾਈ ਮਣੀ ਸਿੰਘ ਆਦਿਕ ਸਿੰਘਾਂ ਦੇ ਨਾਲ ਉਹ ਦਿੱਲੀ ਵੱਲ ਨੂੰ ਉਹਨਾਂ ਨੇ ਜਾਣਾ। ਤੇ ਇੱਕ ਪਾਸੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਸਤਿਗੁਰਾਂ ਦੇ ਪੂਜਨੀਕ ਮਾਤਾ ਜੀ, ਸਾਹਿਬਜ਼ਾਦਿਆਂ ਦੇ ਦਾਦੀ ਮਾਤਾ ਜੀ ਧੰਨ ਮਾਤਾ ਗੁਜਰੀ ਜੀ, ਮਾਤਾ ਗੁਜਰ ਕੌਰ ਜੀ, ਉਹ ਛੋਟੇ ਸਾਹਿਬਜ਼ਾਦਿਆਂ ਦੇ ਨਾਲ। ਇੱਥੋਂ ਅੱਗੇ ਲੜੀਵਾਰ ਇਤਿਹਾਸ ਦੇ ਦਰਸ਼ਨ ਕਰਦੇ ਹਾਂ। ਇਹ 7 ਪੋਹ ਦਾ ਦਿਨ ਚੜ ਰਿਹਾ ਹੈ ਤੇ 6 ਪੋਹ ਦੀ ਰਾਤ ਜਿਹੜੀ ਉਹ ਸਮਾਪਤ ਹੋ ਰਹੀ ਹੈ, ਜਦੋਂ ਮਹਾਰਾਜ ਸਰਸਾ ਪਾਰ ਕਰ ਰਹੇ ਹਨ। ਛੋਟੇ ਸੁੱਤ ਗੁਜਰੀ ਜੀ ਗੰਗੂ ਪਾਪੀ ਨਾਲ ਲੀਏ। ਛੋਟੇ ਸਾਹਿਬਜ਼ਾਦੇ ਧੰਨ ਮਾਤਾ ਗੁਜਰੀ ਜੀ, ਜੋ ਗੰਗੂ ਬ੍ਰਾਹਮਣ, ਗੰਗੂ ਪਾਪੀ ਹੈ, ਉਸ ਨੇ ਆਪਣੇ ਨਾਲ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਲਿਆ। ਖੇੜੀ ਮਹਿ ਆਏ ਬਣ ਨਿਮਕ ਹਰਾਮੀਆਂ। ਤੇ ਉਹ ਖੇੜੀ ਦੇ ਵਿੱਚ ਪਹਿਲੀ ਰਾਤ ਜਿਹੜੀ ਅੱਜ 7 ਪੋਹ ਦੀ ਰਾਤ ਹੈ, ਇਹ ਕੁੰਮੇ ਮਾਸ਼ਕੀ ਦੀ ਝੋਪੜੀ ਦੇ ਵਿੱਚ ਸਾਹਿਬਜ਼ਾਦਿਆਂ ਨੇ ਤੇ ਮਾਤਾ ਜੀ ਨੇ ਬਤੀਤ ਕੀਤੀ। ਇੱਥੇ ਹੀ ਇਹ ਗੰਗੂ ਬ੍ਰਾਹਮਣ ਮਿਲਿਆ ਮਾਤਾ ਜੀ ਨੂੰ। ਔਰ ਇੱਥੇ ਇੱਕ ਲక్ష్ਮੀ ਦੇਵੀ ਨੇ ਵੀ ਮਾਤਾ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ। ਲక్ష్ਮੀ ਬ੍ਰਾਹਮਣੀ ਨੇ, ਕੁੰਮੇ ਮਾਸ਼ਕੀ ਨੇ ਵੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ। ਔਰ ਮਾਤਾ ਜੀ ਨੇ ਕੁਝ ਮੋਹਰਾਂ ਵੀ ਉੱਥੇ ਦਿੱਤੀਆਂ ਹਨ ਉਹਨਾਂ। ਇਹ ਰਾਤ 7 ਪੋਹ ਦੀ ਇੱਥੇ ਬਤੀਤ ਕਰਕੇ ਤੇ 8 ਪੋਹ ਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਜਾਂਦਾ। 8 ਪੋਹ ਦੀ ਰਾਤ ਉੱਥੇ ਬਤੀਤ ਕਰਦੇ ਆ ਤੇ ਫਿਰ ਇਹ ਨਿਮਕ ਹਰਾਮੀ ਹੋ ਕਰਕੇ ਤੇ ਮੁਰਿੰਡੇ ਥਾਣੇਦਾਰਾਂ ਨੂੰ ਜਾ ਕੇ ਦੱਸਦਾ ਹੈ। ਜਾਨੀ ਖਾਂ ਤੇ ਮਾਨੀ ਖਾਂ ਉਹ ਆ ਕਰਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਖੇੜੀ ਤੋਂ ਮੁਰਿੰਡੇ ਲੈ ਆਉਂਦੇ ਹਨ। 8 ਪੋਹ ਦੀ ਰਾਤ ਗੰਗੂ ਬ੍ਰਾਹਮਣ ਦੇ ਘਰੇ ਤੇ ਫਿਰ 9 ਪੋਹ ਨੂੰ ਮੁਰਿੰਡੇ ਆ ਜਾਂਦੇ ਹਨ ਸਾਹਿਬਜ਼ਾਦੇ। ਔਰ ਇੱਥੇ 9 ਪੋਹ ਦੀ ਰਾਤ ਕੋਤਵਾਲੀ ਦੇ ਵਿੱਚ ਬਤੀਤ ਕਰਦੇ ਹਨ। ਤੇ ਅੱਗੇ 10 ਪੋਹ ਜਦੋਂ ਹੁੰਦਾ ਹੈ ਤੇ 10 ਪੋਹ ਨੂੰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਮਰਿੰਡੇ ਥਾਣੇ ਦੇ ਵਿੱਚੋਂ, ਕੋਤਵਾਲੀ ਦੇ ਵਿੱਚੋਂ ਫਿਰ ਸਰਹੰਦ ਲੈ ਕੇ ਜਾਇਆ ਜਾਂਦਾ ਹੈ। ਫਿਰ 10 ਪੋਹ ਦੀ ਰਾਤ
11 ਪੋਹ ਦੀ ਰਾਤ ਤੇ 12 ਪੋਹ ਦੀ ਰਾਤ, ਇਹ 3 ਰਾਤਾਂ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਸਾਹਿਬਜ਼ਾਦੇ ਬਤੀਤ ਕਰਦੇ ਹਨ। ਔਰ ਉਸ ਥਾਂ ਤੇ ਫਿਰ 13 ਪੋਹ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਤੇ ਮਾਤਾ ਜੀ ਦੀ। ਇਹ ਇਤਿਹਾਸ ਆਪਾਂ ਅੱਗੇ ਵਿਚਾਰਾਂਗੇ, ਕਿਉਂਕਿ ਇੱਥੇ ਇੰਨੀ ਬੇਨਤੀ ਇਹ ਸਾਂਝੀ ਕਰਨੀ ਬਣਦੀ ਸੀ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਹੋ ਗਿਆ। ਖੇੜੀ ਮਹਿ ਆਏ ਬਣ ਨਿਮਕ ਹਰਾਮੀਆਂ, ਨਿਮਕ ਹਰਾਮੀ ਬਣਿਆ ਗੰਗੂ ਬ੍ਰਾਹਮਣ। ਸਾਹਿਬ ਕੌਰ ਸੁੰਦਰੀ ਜੀ ਮਣੀ ਸਿੰਘ ਆਦ ਸੇਵੈ, ਗੁਰੂ ਕੇ ਮਹਿਲ ਸਾਡੇ ਪੂਜਨੀਕ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ, ਜਿਨ੍ਹਾਂ ਦੀ ਸੇਵਾ ਵਿੱਚ ਭਾਈ ਮਣੀ ਸਿੰਘ ਜੀ ਹਨ। ਉਹਨਾਂ ਤੋਂ ਆਦਿਕ ਹੋਰ ਵੀ ਕੁਝ ਗੁਰਸਿੱਖ ਹਨ। ਉਹਨਾਂ ਦੀ ਸੇਵਾ ਦੇ ਵਿੱਚ, ਮਾਤਾਵਾਂ ਦੀ ਸੇਵਾ ਦੇ ਵਿੱਚ ਦਿੱਲੀ ਸਿੱਖ ਪ੍ਰੇਮੀ ਸੰਗ ਭੇਜੀ ਗੁਰ ਸੁਆਮੀਆਂ, ਆਪਣੇ ਪਿਆਰੇ ਪ੍ਰੇਮੀ ਸਿੱਖ ਭਾਈ ਮਣੀ ਸਿੰਘ ਜੀ ਦੇ ਨਾਲ ਆਪਣੇ ਧਰਮ ਪਤਨੀਆਂ ਨੂੰ ਗੁਰੂ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਵੱਲ ਨੂੰ ਤੋਰ ਦਿੱਤਾ, ਭੇਜ ਦਿੱਤਾ। ਭਾਈ ਮਣੀ ਸਿੰਘ ਜੀ ਨੂੰ ਆਖਿਆ ਸੀ ਕਿ ਆਪਣੀਆਂ ਮਾਤਾਵਾਂ ਦੇ ਨਾਲ ਤੁਸੀਂ ਜਾਓ, ਦਿੱਲੀ ਲੈ ਜਾਓ, ਕਿਉਂਕਿ ਦਿੱਲੀ ਜਾਣ ਦਾ ਕਾਰਨ ਇੱਕ ਇਹ ਵੀ ਸੀ, ਸ਼ਹੀਦ ਭਾਈ ਮਣੀ ਸਿੰਘ ਜੀ, ਭਾਈ ਮਣੀ ਸਿੰਘ ਜੀ ਦਾ ਸਹੁਰਾ ਪਰਿਵਾਰ ਦਿੱਲੀ ਵਿੱਚ ਰਹਿੰਦਾ ਹੈ। ਲੱਖੀ ਸ਼ਾਹ ਵਣਜਾਰਾ, ਲੱਖੀ ਸ਼ਾਹ ਜੀ ਉਹ ਭਾਈ ਮਣੀ ਸਿੰਘ ਜੀ ਦੇ ਸਤਿਕਾਰਯੋਗ ਸਹੁਰਾ ਸਾਹਿਬ ਹਨ, ਜਿਨ੍ਹਾਂ ਨੇ ਨਾਵੇਂ ਪਾਤਸ਼ਾਹ ਜੀ ਦੇ ਪਾਵਨ ਧੜ ਦਾ ਆਪਣੇ ਘਰ ਦੇ ਵਿੱਚ ਸੰਸਕਾਰ ਕੀਤਾ ਸੀ, ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਦਿੱਲੀ ਦੇ ਵਿੱਚ। ਇਸ ਕਰਕੇ ਭਾਈ ਸਾਹਿਬ ਜੀ ਦਿੱਲੀ ਵੱਲ ਨੂੰ ਮਾਤਾਵਾਂ ਨੂੰ ਲੈ ਕੇ ਗਏ ਤੇ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਸਿੰਘ ਹਨ, ਗਿਣਤੀ ਦੇ 40 ਸਿੰਘ ਤੇ ਵੱਡੇ ਸਾਹਿਬਜ਼ਾਦੇ, ਮਹਾਰਾਜ ਰੋਪੜ ਵੱਲ ਨੂੰ ਗਏ। ਸਿੰਘ ਬਹੁ ਜੰਗ ਕਰੈ ਪਹਾੜੀ ਤੇ ਤੁਰਕ ਮਰੈ, ਸਰਸਾ ਦੇ ਘਾਟ ਤੇ ਵੀ ਬਹੁਤਾ ਜੰਗ ਹੋਇਆ ਹੈ, ਬਹੁਤੇ ਸਿੰਘ ਸ਼ਹੀਦ ਹੋਏ, ਪਹਾੜੀਏ ਤੇ ਤੁਰਕਾਂ ਦੀ ਫੌਜ ਵੀ ਮਰੀ ਹੈ। ਪਾਮ ਦੇ ਸ਼ਹੀਦੀ ਸਿੰਘ ਧਰਮ ਰਖਾਮੀਆਂ, ਸਿੰਘਾਂ ਨੇ ਆਪਣੇ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਸ਼ਹੀਦੀਆਂ ਪਾਈਆਂ, ਜੂਝ ਕੇ ਸ਼ਹੀਦ ਹੋਏ। ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ, ਗੁਰਬਾਣੀ ਦੀ ਵਿਆਖਿਆ ਸਿੰਘਾਂ ਨੇ ਕੀਤੀ, ਬੋਲ ਕੇ ਨਹੀਂ ਕੀਤੀ। ਉਹਨਾਂ ਨੇ ਇਹ ਸ਼ਹੀਦੀਆਂ ਪਾ ਕਰਕੇ ਗੁਰਬਾਣੀ ਦੀ ਵਿਆਖਿਆ ਕੀਤੀ ਹੈ। ਸਰਸਾ ਬਹੁ ਚੜਾਇਆ ਏ ਜੰਗ ਬਹੁ ਜੋਰੀ ਹੁਆ, ਸਰਸਾ ਨਦੀ ਬਹੁਤ ਚੜੀ ਹੋਈ ਹੈ, ਸਰਸਾ ਦਰਿਆ, ਤੇ ਬਹੁਤ ਜ਼ੋਰ ਦੀ ਜੰਗ ਹੋਈ ਹੈ ਇੱਥੇ। ਰੁੜੇ ਕਈ ਮਰੇ ਲਈ ਮੋਖ ਸੁਖ ਧਾਮੀਆਂ, ਤੇ ਕਈ ਇੱਥੇ ਸ਼ਹੀਦ ਹੋ ਗਏ ਲੜ ਕਰਕੇ, ਕਈ ਸਰਸਾ ਦੇ ਵਿੱਚ ਸਰਸਾ ਦੀ ਭੇਟ ਹੋ ਗਏ, ਰੁੜ ਗਏ। ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ, ਉਹਨਾਂ ਨੇ ਸੁੱਖ ਦਾ ਧਾਮ, ਸੁੱਖ ਘਰ ਸੱਚਖੰਡ ਪ੍ਰਾਪਤ ਕੀਤਾ, ਗੁਰਪੁਰੀ ਵਿੱਚ ਪਿਆਨਾ ਕਰ ਗਏ। 700 ਸ਼ਹੀਦ ਹੁਆ ਸਰਸਾ ਪ੍ਰਵਾਹ ਚੱਲੇ, 700 ਸਿੰਘ ਸ਼ਹੀਦ ਹੋ ਗਿਆ। ਸਰਸਾ ਦੇ ਪ੍ਰਵਾਹ ਦੇ ਵਿੱਚ ਕਈ ਭੇਟ ਹੋ ਗਏ। ਤੋੜ ਕੇ ਸੁਗੰਧਾ ਵਾਰ ਕੀਆ ਆਣ ਪਾਜੀਆਂ, ਜਿਹੜੇ ਕਾਇਰ ਸੀ, ਡਰਪੋਕ ਸੀ, 8 ਮਹੀਨਿਆਂ ਦਾ ਘੇਰਾ ਪਾ ਕੇ ਬੈਠੇ ਸੀ, ਉਹਨਾਂ ਪਾਜੀਆਂ ਨੇ, ਕਾਇਰਾਂ ਨੇ ਆਪਣੀਆਂ ਕਸਮਾਂ ਤੋੜ ਕਰਕੇ ਗੁਰੂ ਸਾਹਿਬ ਜੀ ਉੱਤੇ ਹਮਲਾ ਕੀਤਾ, ਵਾਰ ਕੀਤਾ। ਗਊ ਆਟੇ ਵਾਲੇ ਝੂਠੇ ਹਿੰਦੂ ਤੁਰਕ ਸੋ, ਇਹ ਪਹਾੜੀਏ ਹਿੰਦੂ ਜਿਨ੍ਹਾਂ ਨੇ ਆਟੇ ਦੀ ਗਊ ਬਣਾ ਕੇ ਭੇਜੀ ਸੀ ਅੰਦਰ, ਉਹ ਵੀ ਝੂਠੇ ਹੋਏ, ਤੇ ਤੁਰਕ ਜਿਨ੍ਹਾਂ ਨੇ ਕਸਮਾਂ ਖਾਧੀਆਂ ਵੀ ਝੂਠੇ ਹੋਏ। ਕੂੜੀ ਹੈ ਉਗਾਹੀ ਧਰਮ ਹੀਣੇ ਹਿੰਦ ਕਾਜੀਆਂ, ਇਹ ਧਰਮ ਤੋਂ ਹੀਣੇ, ਝੂਠੀ ਇਹਨਾਂ ਦੀ ਉਗਾਹੀ ਹੈ, ਝੂਠੀਆਂ ਇਹਨਾਂ ਦੀਆਂ ਕਸਮਾਂ ਹਨ, ਇਹ ਹਿੰਦੂ ਤੇ ਕਾਜੀ ਆਦਿਕ ਲੋਕ ਜਿਹੜੇ ਹਨ। ਸਾਰੀ ਰਾਤ ਜੰਗ ਕੀਆ 20 ਕੋ ਹੋ ਲੋਥਾਂ ਢੇਰ, ਸਾਰੀ ਰਾਤ ਹੀ ਜੰਗ ਹੁੰਦਾ ਆ ਅਨੰਦਪੁਰ ਸਾਹਿਬ ਤੋਂ ਸਰਸਾ ਤੱਕ, ਤੇ 20 ਕੋਹਾਂ ਤੀਕ ਲੋਥਾਂ ਦੇ ਢੇਰ ਲੱਗੇ ਹਨ। ਕਿਆਮਤ ਕੀ ਰਾਤ ਆਏ ਦੁਸ਼ਟਾਂ ਬਿਰਾਜੀਆਂ, ਦੁਸ਼ਟਾਂ ਦੇ ਉੱਤੇ ਇੱਕ ਕਹਿਰ ਭਰੀ ਰਾਤ ਆਈ, ਕਿਆਮਤ ਦੀ ਰਾਤ ਆਈ, ਖੁਦਾ ਦੀ ਕਰੋਪੀ ਵਾਲੀ ਰਾਤ ਆਈ। ਬਹੁਤ ਜ਼ਿਆਦੇ ਤੁਰਕ ਤੇ ਪਹਾੜੀਏ ਮਾਰੇ ਇਸ ਰਾਤ ਸਿੰਘਾਂ ਨੇ।
ਧੰਨ ਸਿੰਘ ਸੂਰੇ ਜਿਨ੍ਹਾਂ ਧਰਮ ਸੇ ਪ੍ਰਾਣ ਦੀਏ। ਪਰ ਧੰਨ ਉਹ ਸਿੰਘ ਸੂਰਮੇ ਜਿਨ੍ਹਾਂ ਨੇ ਧਰਮ ਦੇ ਵਾਸਤੇ ਪ੍ਰਾਣ ਦੇ ਦਿੱਤੇ, ਕੁਰਬਾਨੀਆਂ ਕੀਤੀਆਂ। ਧੰਨ ਸਿੰਘ ਸੂਰਮੇ। ਧੰਨ ਸਿੰਘ ਸੂਰੇ ਜਿਨ੍ਹਾਂ ਧਰਮ ਸੇ ਪ੍ਰਾਣ ਦੀਏ। ਜੈ ਜੈਕਾਰ ਸਾਰਾ ਜੱਗ ਗਾਵੇ ਗਾਜੀਆਂ। ਹੁਣ ਸਾਰਾ ਜੱਗ ਹੀ ਉਹਨਾਂ ਸਿੰਘਾਂ ਦੀ ਜੈ ਜੈਕਾਰ ਗਾਉਂਦਾ ਹੈ। ਕਵੀਸ਼ਰੀ ਵਾਰਾਂ ਰਾਹੀਂ ਉਹਨਾਂ ਦੀ ਜੈ ਜੈਕਾਰ ਸਿੰਘਾਂ ਸ਼ਹੀਦਾਂ ਦੀ ਗਾ ਰਹੇ ਹਨ। ਢਾਡੀ ਵੀ ਜ਼ੋਰ ਦੇ ਨਾਲ ਉਹਨਾਂ ਦੀਆਂ ਵਾਰਾਂ ਗਾ ਰਹੇ ਹਨ। ਕੀਰਤਨੀਏ ਵੀ ਉਹਨਾਂ ਦੇ ਸ਼ਬਦ ਪੜ੍ਹ ਕੇ ਸ਼ਰਧਾ ਭੇਟ ਕਰ ਰਹੇ ਹਨ ਤੇ ਕਥਾਵਾਚਕ ਵੀ ਕਥਾ ਕਰਕੇ ਉਹਨਾਂ ਸ਼ਹੀਦਾਂ ਦੀ ਜੈ ਜੈਕਾਰ ਕਰ ਰਹੇ ਹਨ। ਤੇ ਸਵੇਰੇ ਸ਼ਾਮੀ ਉਹਨਾਂ ਨੂੰ ਅਰਦਾਸ ਵਿੱਚ ਚੇਤੇ ਕੀਤਾ ਜਾਂਦਾ ਹੈ। ਇੱਕ ਵਾਰੀ ਆਪਾਂ ਵੀ ਸਾਰੇ ਕਰੀਏ ਚੇਤੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਉਹਨਾਂ ਦੀ ਜੈ ਜੈਕਾਰ ਹੋ ਰਹੀ ਸਾਰੇ ਜੱਗ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਮਹਾਨ ਸਿੰਘ ਸੂਰਮੇ। ਭੱਠਾ ਸਾਹਿਬ ਠੰਡਾ ਘਰ ਕੋਟਲੇ ਨਿਹੰਗ ਟਿਕੇ। ਇਸ਼ਨਾਨ ਪਾਣ ਬੂਰ ਮਾਜਰੇ ਮੇ ਪਾਇਆ। ਮਹਾਰਾਜ ਸਾਹਿਬ ਜੀ ਫਿਰ ਇੱਥੋਂ ਜਦੋਂ ਪਾਰ ਹੋਏ ਸਰਸਾ ਤੋਂ ਤੇ ਫਿਰ ਨਿਹੰਗ ਖਾਂ ਕੋਟਲੇ ਵਾਲੇ ਦੇ ਪਾਸ ਗਰੀਬ ਨਵਾਜ ਸਾਹਿਬ ਜੀ ਨੇ ਜਿੱਥੇ ਕਦੀ ਭੱਠਾ ਠੰਡਾ ਕੀਤਾ ਸੀ ਉਹਦੇ ਪਾਸ ਇੱਥੇ ਸਤਿਗੁਰੂ ਜੀ ਗਏ ਹਨ। ਇੱਥੋਂ ਦਾ ਇਤਿਹਾਸ ਲਮੇਰਾ ਹੈ। ਜੋ ਭੱਠਾ ਸਾਹਿਬ ਸਥਾਨ ਬਣਿਆ ਹੋਇਆ ਹੈ ਰੋਪੜ ਦੇ ਇਲਾਕੇ, ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 4 ਵਾਰੀ ਗਏ ਹਨ। ਜਦੋਂ ਸਭ ਤੋਂ ਪਹਿਲੀ ਵਾਰੀ ਗਏ ਸੀ ਨਾ, ਕਿਉਂਕਿ ਭੱਠਾ ਜਦੋਂ ਠੰਡਾ ਕੀਤਾ ਹੈ, ਜਦੋਂ ਮਹਾਰਾਜ ਅਨੰਦਪੁਰ ਸਾਹਿਬ ਛੱਡ ਕੇ ਗਏ ਉਦੋਂ ਨਹੀਂ ਭੱਠਾ ਠੰਡਾ ਕੀਤਾ। ਜਦੋਂ ਪਹਿਲੀ ਵਾਰੀ ਇੱਥੇ ਗਏ ਸਨ ਉਦੋਂ ਭੱਠਾ ਠੰਡਾ ਕੀਤਾ ਸੀ ਸਤਿਗੁਰਾਂ ਨੇ। ਮਹਾਰਾਜ ਸਾਹਿਬ ਜਦੋਂ ਭੰਗਾਣੀ ਦਾ ਜੰਗ ਜਿੱਤ ਕਰਕੇ ਆਏ ਸੀ, ਯੁੱਧ ਜਿੱਤ ਕੇ, ਉਦੋਂ ਇਸ ਇਲਾਕੇ ਦੇ ਵਿੱਚ ਹੁੰਦਿਆਂ ਹੋਇਆਂ ਮਹਾਰਾਜ ਇੱਥੇ ਆਏ ਤੇ ਇਹ ਨਿਹੰਗ ਖਾਂ ਮੁਸਲਮਾਨ ਦਾ ਇਹ ਭੱਠਾ ਲੱਗਾ ਹੋਇਆ ਸੀ। ਸ਼ਾਮ ਦਾ ਵੇਲਾ ਸੀ, ਰਹਿਰਾ ਸਾਹਿਬ ਦੇ ਪਾਠ ਦਾ ਨਿਤਨੇਮ ਦਾ ਸਮਾਂ ਸੀ। ਸਿੱਖਾਂ ਦੇ ਨਾਲ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਜਿਹੜੇ ਕੰਮਕਾਰ ਕਰਨ ਵਾਲੇ ਲੇਬਰ ਦੇ ਬੰਦੇ ਸਨ, ਉਹਨਾਂ ਨੂੰ ਪੁੱਛਿਆ ਕਿ ਸਾਨੂੰ ਭਾਈ ਕੋਈ ਇਕਾਂਤ ਜਗ੍ਹਾ ਚਾਹੀਦੀ, ਇੱਥੇ ਬੈਠ ਕੇ ਅਸੀਂ ਨਿਤਨੇਮ ਕਰਨਾ। ਉਹਨਾਂ ਮਸ਼ਕਰੀ ਜੀ ਕਰਦਿਆਂ ਆਖਿਆ ਜੀ ਆ ਭੱਠਾ ਹੀ ਹੈ, ਭੱਠੇ ਤੇ ਬੈਠ ਜਾਓ। ਮਹਾਰਾਜ ਸਾਹਿਬ ਨੇ ਆਪਣਾ ਘੋੜਾ ਅੱਗੇ ਕੀਤਾ, ਘੋੜੇ ਨੇ ਉੱਥੇ ਪੌੜ ਸੁੰਮ ਮਾਰੇ, ਭੱਠਾ ਠੰਡਾ ਕਰ ਦਿੱਤਾ। ਘੋੜੇ ਤੋਂ ਉਤਰ ਕੇ ਭੱਠੇ ਵਾਲੀ ਜਗ੍ਹਾ ਤੇ ਚੌਂਕੜਾ ਲਾ ਕੇ ਫਿਰ ਰਹਿਰਾ ਸਾਹਿਬ ਦਾ ਪਾਠ ਕੀਤਾ ਮਹਾਰਾਜ ਨੇ। ਇਹ ਪਹਿਲੀ ਵਾਰੀ ਸਤਿਗੁਰੂ ਜੀ ਉਦੋਂ ਆਏ ਸਨ। ਫਿਰ ਉਹ ਲੇਬਰ ਦੇ ਆਦਮੀਆਂ ਨੇ ਜਾ ਕਰਕੇ ਨੌਕਰਾਂ ਨੇ ਦੱਸਿਆ ਨਿਹੰਗ ਖਾਂ ਕੋਟਲੇ ਵਾਲੇ ਨੂੰ ਕਿ ਕੋਈ ਆਇਆ ਹੈ ਜਿਸ ਦੇ ਘੋੜੇ ਦੇ ਪੈਰ ਪੈਣ ਦੇ ਨਾਲ, ਸੁੰਮ ਪੈਣ ਦੇ ਨਾਲ ਹੀ ਤੇ ਭੱਠਾ ਠੰਡਾ ਹੋ ਗਿਆ ਹੈ ਤੇ ਭੱਠੇ ਤੇ ਉਹ ਚੌਂਕੜੀ ਲਾ ਕੇ ਬੈਠੇ ਹੋਏ ਹਨ। ਤੇ ਨਿਹੰਗ ਖਾਂ ਉਹ ਆਪ ਵੀ ਆਇਆ, ਉਹਦਾ ਪਰਿਵਾਰ ਵੀ, ਉਹਦਾ ਪੁੱਤਰ ਆਲਮ ਖਾਂ ਵੀ ਆਇਆ, ਉਹਦੀ ਪੁੱਤਰੀ ਬੀਬੀ ਮੁਮਤਾਜ ਵੀ ਆਈ। ਸਾਰੇ ਪਰਿਵਾਰ ਨੇ ਆ ਕੇ ਨੰਗੇ ਪੈਰੀ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਨਾਲੇ ਆਪਣੇ ਜਿੰਨੇ ਨੌਕਰ ਸੀ ਉਹਨਾਂ ਨੂੰ ਵੀ ਮਹਾਰਾਜ ਦੀ ਸ਼ਰਨ ਪਾਇਆ ਤੇ ਆਖਿਆ ਮਹਾਰਾਜ ਆਪ ਜੀ ਦੀ ਮਹਿਮਾ ਜਾਣਦੇ ਨਹੀਂ ਸੀ, ਇਹਨਾਂ ਨੇ ਗਲਤੀ ਕੀਤੀ, ਇਹਨਾਂ ਨੂੰ ਮਾਫੀ ਦੇ ਦਿਓ ਤੇ ਤੁਸੀਂ ਕਿਰਪਾ ਕਰੋ ਆਓ ਘਰੇ ਚਰਨ ਪਾਓ। ਜਿੱਥੇ ਹਵੇਲੀ ਸੀ ਚੌਧਰੀ ਨਿਹੰਗ ਖਾਂ ਮੁਸਲਮਾਨ ਦੀ, ਉਹ ਆਪਣੀ ਹਵੇਲੀ ਵਿੱਚ ਲੈ ਕਰਕੇ ਗਿਆ ਮਹਾਰਾਜ ਸਾਹਿਬ ਜੀ। ਫਿਰ ਉਹਦੇ ਘਰੇ ਗਏ, ਉਹਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਸੇਵਾ ਕੀਤੀ ਤੇ ਗੁਰੂ ਸਾਹਿਬ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ। ਇਸ ਤੋਂ ਬਾਅਦ ਦੂਸਰੀ ਵਾਰੀ ਮਹਾਰਾਜ ਇੱਥੇ ਉਦੋਂ ਆਏ ਸੀ ਭੱਠਾ ਸਾਹਿਬ ਵਾਲੇ ਸਥਾਨ ਤੇ ਨਿਹੰਗ ਖਾਂ ਕੋਟਲੇ ਵਾਲੇ ਦੇ ਘਰ ਦੇ ਵਿੱਚ, ਜਦੋਂ ਉਹਦੇ ਪੁੱਤਰ ਚੌਧਰੀ ਆਲਮ ਖਾਂ ਦਾ ਮੰਗਣਾ ਸੀ। ਉਹਨੇ ਆਪਣੇ ਪੁੱਤਰ ਦੇ ਮੰਗਣੇ ਤੇ ਕਲਗੀਧਰ ਪਾਤਸ਼ਾਹੀ ਨੂੰ ਸੱਦਾ ਭੇਜ ਕੇ ਅਨੰਦਪੁਰ ਸਾਹਿਬ ਤੋਂ ਬੁਲਾਇਆ। ਮਹਾਰਾਜ ਫੇਰ ਆਪਣੇ ਸਿੱਖਾਂ ਸੂਰਬੀਰਾਂ ਦੇ ਨਾਲ ਉਹਦੇ ਘਰੇ ਆਏ। ਨਿਹੰਗ ਖਾਂ ਚੌਧਰੀ ਦੇ ਪੁੱਤਰ ਦੇ ਮੰਗਣੇ ਤੇ ਆਏ ਦੂਸਰੀ ਵਾਰ, ਤੇ ਇੱਕ ਵਾਰੀ ਫੇਰ ਤੀਸਰੀ ਵਾਰੀ ਇੱਥੇ ਮਹਾਰਾਜ ਸਾਹਿਬ ਜੀ ਆਏ ਸਨ।
ਤੇ ਇਹ ਚੌਥੀ ਵਾਰੀ ਇੱਥੇ ਮਹਾਰਾਜ ਸਾਹਿਬ ਜੀ ਦਾ ਆਉਣਾ ਸੀ। ਜਦੋਂ ਹੁਣ ਆਨੰਦਪੁਰ ਸਾਹਿਬ ਛੱਡ ਕੇ ਇੱਥੇ ਆਏ, ਪਿੱਛੇ ਫੌਜ ਐਲੀ ਐਲੀ ਕਰਦੀ ਆ ਰਹੀ ਹੈ, ਤੇ ਮਹਾਰਾਜ ਦਾ ਸ਼ਰਧਾਲੂ ਸੀ ਇਹ ਨਿਹੰਗ ਖਾਂ ਕੋਟਲੇ ਵਾਲਾ, ਤੇ ਉਹਦੇ ਘਰੇ ਆਏ। ਥੋੜਾ ਸਮਾਂ ਹੀ ਰੁਕੇ ਮਹਾਰਾਜ ਸਾਹਿਬ ਇੱਥੇ। ਜਾਂਦਿਆਂ ਜਾਂਦਿਆਂ ਭਾਈ ਬਚਿੱਤਰ ਸਿੰਘ ਜੀ ਸਰਸਾ ਦੇ ਘਾਟ ਤੇ ਜੰਗ ਕਰਦਿਆਂ, ਭਾਈ ਮਣੀ ਸਿੰਘ ਜੀ ਦੇ ਸੁਪੁੱਤਰ ਭਾਈ ਬਚਿੱਤਰ ਸਿੰਘ ਜੀ ਭਾਈ ਉਦੇ ਸਿੰਘ ਜੀ ਦੇ ਭਰਾ ਹਨ, ਜਿਨ੍ਹਾਂ ਨੇ ਹਾਥੀ ਦੇ ਮੱਥੇ ਵਿੱਚ ਵੀ ਕਦੀ ਨਾਗਨੀ ਮਾਰੀ ਸੀ। ਉਹ ਭਾਈ ਬਚਿੱਤਰ ਸਿੰਘ ਜੀ ਇੱਥੇ ਜ਼ਖਮੀ ਹੋਏ ਪਏ ਸਨ, ਖੂਨ ਦੇ ਨਾਲ ਲੱਥਪੱਥ ਸਨ। ਤੇ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਫੱਟੜ ਸੀ, ਬਹੁਤਾ ਖੂਨ ਵਗ ਚੁੱਕਾ ਸੀ। ਨਿਹੰਗ ਖਾਂ ਨੂੰ ਆਖਿਆ ਕਿ ਭਾਈ ਆ ਤੇਰੀ ਸੇਵਾ ਹੈ, ਇਹ ਸਾਡਾ ਸਿੰਘ ਜ਼ਖਮੀ ਹੋਇਆ ਪਿਆ ਤੇ ਇਹਦੀ ਮਲਮ ਪੱਟੀ ਕਰੀ ਤੇ ਇਹਦੀ ਸੇਵਾ ਵਿੱਚ ਰਵੀ। ਭਾਈ ਬਚਿੱਤਰ ਸਿੰਘ ਜੀ ਨੂੰ ਉਹਦੇ ਘਰੇ ਛੱਡ ਕੇ ਤੇ ਫਿਰ ਆਪਣੇ ਉਹ 40 ਸਿੰਘਾਂ ਦੇ ਸਮੇਤ ਵੱਡੇ ਸਾਹਿਬਜ਼ਾਦਿਆਂ ਦੇ ਮਾਰੇ ਅੱਗੇ ਚਲੇ ਜਾਂਦੇ। ਸੂਈਏ ਤੋਂ ਖਬਰ ਮਿਲਦੀ ਕਿ ਮਾਰੇ ਪਿੱਛੇ ਬਹੁਤ ਵੱਡੀ ਗਿਣਤੀ ਦੇ ਵਿੱਚ ਦਿੱਲੀੋਂ ਹੋਰ ਟਿੱਡੀ ਦਲ ਫੌਜ ਚੜ ਕੇ ਆ ਰਹੀ ਹੈ। ਇਤਿਹਾਸ ਵਿੱਚ ਟਿੱਡੀ ਦਲ ਦਾ ਬੜਾ ਜ਼ਿਕਰ ਆਉਂਦਾ ਹੈ। ਫੌਜ ਨੂੰ ਟਿੱਡੀ ਦਲ ਦੇ ਨਾਲ ਤੁਲਨਾ ਦਿੱਤੀ। ਜਾਂ ਪਿਛਲੇ ਸਮੇਂ ਜੇ ਬਹੁਤ ਵੱਡੀ ਗਿਣਤੀ ਦੇ ਵਿੱਚ ਫਸਲਾਂ ਦੇ ਉੱਤੇ ਟਿੱਡੀਆਂ ਦਾ ਦਲ ਪਿਆ ਸੀ, ਉੱਥੋਂ ਪਤਾ ਲੱਗਾ ਵੀ ਟਿੱਡੀ ਦਲ ਫੌਜ ਨੂੰ ਕਿਉਂ ਕਿਹਾ ਜਾਂਦਾ, ਕਿਉਂ ਟਿੱਡੀਆਂ ਦੀ ਇੰਨੀ ਜ਼ਿਆਦਾ ਗਿਣਤੀ ਹੁੰਦੀ ਉਹ ਗਿਣੀਆਂ ਨਹੀਂ ਜਾ ਸਕਦੀਆਂ। ਜਿਹੜੇ ਖੇਤ ਵਿੱਚ ਬਹਿੰਦੀਆਂ ਉਹ ਸਾਰਾ ਐਨ ਮੁੱਢੀ ਲਾ ਕਰਕੇ ਖਤਮ ਕਰ ਜਾਂਦੀਆਂ। ਆ ਪਿੱਛੇ ਜੇ ਬੜਾ ਰੌਲਾ ਪਿਆ ਸੀ ਉਹ ਟਿੱਡੀ ਦਲ ਦਾ, ਜਦੋਂ ਫਸਲਾਂ ਦੇ ਉੱਤੇ ਉਹਨਾਂ ਨੇ ਕਾਰਵਾਈ ਕੀਤੀ ਸੀ, ਤੇ ਉਹ ਬਹੁਤ ਟਿੱਡੀ ਦਲ ਦੀ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਦਿੱਲੀ ਤੋਂ ਹੋਰ ਫੌਜ ਚੜ ਕੇ ਆ ਰਹੀ ਹੈ। ਦਸਮ ਪਾਤਸ਼ਾਹ ਸਿੰਘਾਂ ਨੂੰ ਕਹਿਣ ਲੱਗੇ ਵੀ ਇਹਨਾਂ ਨੂੰ ਹੁਣ ਹੱਥ ਵਿਖਾਉਣੇ ਚਾਹੀਦੇ ਆ, ਜਿਹੜੇ ਝੂਠੇ ਲੋਕ ਇਹ ਕਸਮਾਂ ਖਾ ਕੇ ਮੁੱਕਰ ਗਏ ਆ, ਇਹਨਾਂ ਦੇ ਸਾਡੇ ਤੇ ਹਮਲਾ ਕੀਤਾ ਹੈ। ਤੇ ਮਹਾਰਾਜ ਸਾਹਿਬ ਜੀ ਅੱਗੇ ਜਾਂਦੇ, ਫਿਰ ਚਮਕੌਰ ਦੀ ਉਹ ਕੱਚੀ ਗੜੀ, ਕੱਚੀ ਹਵੇਲੀ ਦੇ ਵਿੱਚ ਅੱਜ 7 ਪੋਹ ਦੀ ਸ਼ਾਮ ਨੂੰ ਮਹਾਰਾਜ ਉੱਥੇ ਪਹੁੰਚਦੇ ਆ ਤੇ ਉੱਥੇ ਫਿਰ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ। ਇਧਰਲੇ ਪਾਸੇ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰਦਾ ਇਹ ਨਿਹੰਗ ਖਾਂ ਆਪਣੇ ਘਰ ਦੇ ਵਿੱਚ, ਬਹੁਤ ਜ਼ਿਆਦਾ ਜ਼ਖਮੀ ਸੀ। ਪਿੱਛੋਂ ਜਿਹੜੀ ਫੌਜ ਚੜ ਕੇ ਆਈ ਹੈ ਉਹ ਤਲਾਸ਼ੀ ਲੈਂਦੀ ਆਉਂਦੀ ਹੈ। ਜਦੋਂ ਉਹ ਨਿਹੰਗ ਖਾਂ ਦੇ ਘਰੇ ਤਲਾਸ਼ੀ ਲੈਣ ਲੱਗੇ, ਬਾਕੀ ਸਾਰੇ ਕਮਰਿਆਂ ਦੀ ਤਲਾਸ਼ੀ ਲੈ ਲਈ। ਜਿਸ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਪਏ ਸਨ, ਜਦੋਂ ਉਹਦੀ ਤਲਾਸ਼ੀ ਲੈਣ ਲੱਗੇ ਸਿਪਾਹੀ, ਤੇ ਨਿਹੰਗ ਖਾਂ ਨੇ ਆਖਿਆ ਵੀ ਇਸ ਕਮਰੇ ਦੇ ਵਿੱਚ ਮੇਰੀ ਧੀ ਆ ਤੇ ਮੇਰਾ ਜਵਾਈ ਆ। ਉਹਨਾਂ ਨੇ ਆਖਿਆ ਵੀ ਫਿਰ ਇਸ ਕਮਰੇ ਦੀ ਅਸੀਂ ਤਲਾਸ਼ੀ ਨਹੀਂ ਲੈਣੀ, ਕਿਉਂਕਿ ਧੀ ਜਵਾਈ ਦਾ ਰਿਸ਼ਤਾ ਹੀ ਐਸਾ। ਉਹਨੇ ਭਾਈ ਬਚਿੱਤਰ ਸਿੰਘ ਜੀ ਨੂੰ ਬਚਾਉਣ ਵਾਸਤੇ ਉਹਨੇ ਆਖਿਆ ਇਸ ਕਮਰੇ ਦੇ ਵਿੱਚ ਉਹਦੀ ਲੜਕੀ ਤਾਂ ਸੀ ਸੇਵਾ ਕਰ ਰਹੀ ਜਵਾਨ ਉਮਰ ਦੇ ਵਿੱਚ, ਬੀਬੀ ਮੁਮਤਾਜ ਭਾਈ ਬਚਿੱਤਰ ਸਿੰਘ ਜੀ ਦੀ ਮਲਮ ਪੱਟੀ ਕਰ ਰਹੀ ਸੀ, ਪਰ ਉਹਨੇ ਆਖਿਆ ਵੀ ਅੰਦਰ ਮੇਰਾ ਧੀ ਜਵਾਈ ਬੈਠਾ ਹੋਇਆ। ਤੇ ਮੁਸਲਮਾਨੀ ਮੱਤ ਦੇ ਵਿੱਚ ਜ਼ਿਆਦਾ ਪਰਦਾ ਰੱਖਿਆ ਜਾਂਦਾ, ਕਿਉਂਕਿ ਉਹ ਇਸਤਰੀਆਂ ਬੀਬੀਆਂ ਉਹ ਬੁਰਕੇ ਪਾ ਕੇ ਰੱਖਦੀਆਂ ਤੇ ਬਹੁਤ ਪਰਦਾ ਰੱਖਿਆ ਜਾਂਦਾ। ਉਹਨਾਂ ਆਖਿਆ ਵੀ ਜੇ ਇੱਧਰ ਚੌਧਰੀ ਸਾਹਿਬ ਜੇ ਤੁਹਾਡਾ ਧੀ ਜਵਾਈ ਹੈ ਤੇ ਅਸੀਂ ਫਿਰ ਇਹਦਾ ਤਲਾਸ਼ੀ ਨਹੀਂ ਲੈਣੀ ਇਸ ਕਮਰੇ ਦੀ। ਉਹ ਚਲੇ ਜਾਂਦੀ ਹੈ ਫੌਜ, ਉਸ ਕਮਰੇ ਦੀ ਤਲਾਸ਼ੀ ਨਹੀਂ ਲੈਂਦੀ। ਤੇ ਕੁਝ ਸਮੇਂ ਬਾਅਦ ਫਿਰ ਭਾਈ ਬਚਿੱਤਰ ਸਿੰਘ ਜੀ ਫੱਟ ਜ਼ਿਆਦੇ ਲੱਗੇ ਹੋਏ ਸੀ, ਖੂਨ ਜ਼ਿਆਦਾ ਵਗ ਚੁੱਕਾ ਸੀ, ਸ਼ਹੀਦੀ ਪਾ ਜਾਂਦੇ। ਤੇ ਨਿਹੰਗ ਖਾਂ ਦਾ ਪਰਿਵਾਰ ਫਿਰ ਭਾਈ ਬਚਿੱਤਰ ਸਿੰਘ ਜੀ ਦਾ ਆਪਣੇ ਘਰ ਵਿੱਚ ਸੰਸਕਾਰ ਕਰਦਾ ਹੈ। ਉਸ ਤੋਂ ਬਾਅਦ ਸਮੇਂ ਦੇ ਨਾਲ ਇਹ ਵੀ ਜ਼ਿਕਰ ਆਇਆ ਵੀ ਕਲਗੀਧਰ ਪਾਤਸ਼ਾਹ ਜਦੋਂ ਇੱਥੋਂ ਭਾਈ ਬਚਿੱਤਰ ਸਿੰਘ ਜੀ ਨੂੰ ਛੱਡ ਕੇ ਗਏ, ਕੁਝ ਆਪਣੇ ਯਾਦਗਾਰ ਵਜੋਂ ਕੁਝ ਆਪਣੇ ਸ਼ਸਤਰ ਵੀ ਇਸ ਪਰਿਵਾਰ ਨੂੰ ਦੇ ਕੇ ਗਏ ਸਨ, ਜੋ ਉਹਨਾਂ ਦੇ ਕੋਲੇ ਫਿਰ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਕੀਤਾ। ਭਾਈ ਬਚਿੱਤਰ ਸਿੰਘ ਜੀ ਦੇ ਸ਼ਸਤਰ ਵੀ ਉਹਨਾਂ ਦੇ ਕੋਲੇ। ਸਮੇਂ ਨਾਲ ਆਪਣੀ ਪੁੱਤਰੀ ਦਾ ਨਿਕਾਹ ਕਰਨ ਦਾ ਜ਼ਿਕਰ ਕਰਦਾ ਹੈ ਨਿਹੰਗ ਖਾਂ ਚੌਧਰੀ, ਪਰ ਉਹਨੇ ਆਖਿਆ ਵੀ ਪਿਤਾ ਜੀ ਨਹੀਂ, ਮੈਂ ਨਿਕਾਹ ਨਹੀਂ ਹੁਣ ਕਰਾਉਣਾ। ਜਿੱਦਣ ਸਿਪਾਹੀ ਤਲਾਸ਼ੀ ਲੈਣ ਆਏ ਸੀ, ਤੁਸੀਂ ਆਖਿਆ ਸੀ ਵੀ ਅੰਦਰ ਮੇਰੇ ਧੀ ਜਵਾਈ ਬੈਠੇ ਹੋਏ, ਇਸ ਕਰਕੇ ਮੈਂ ਉਹਨਾਂ ਨੂੰ ਹੀ ਆਪਣਾ ਪਤੀ ਮੰਨ ਲਿਆ ਸੀ, ਸਿੰਘ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੂੰ। ਇਸ ਕਰਕੇ ਮੇਰੇ ਪਤੀ ਤਾਂ ਸ਼ਹੀਦ ਹੋ ਗਏ ਆ ਤੇ ਹੁਣ ਮੈਂ ਨਹੀਂ ਵਿਆਹ ਕਰਾਉਣਾ, ਮੈਂ ਨਹੀਂ ਨਿਕਾਹ ਕਰਾਉਣਾ। ਫਿਰ ਸਾਰੀ ਉਮਰ ਜਿਹੜੀ ਆ ਉਹ ਜਤੀ ਸਤੀ ਸੱਤ ਵਿੱਚ ਰਹਿ ਕਰਕੇ ਉਸ ਬੀਬੀ ਨੇ ਸਤ ਪ੍ਰਤੱਗੀ ਸਤੀ ਧਰਮ ਦੇ ਵਿੱਚ ਪ੍ਰਪੱਕ ਹੋ ਕਰਕੇ ਆਪਣੀ ਉਮਰ ਬਤੀਤ ਕੀਤੀ ਆ। ਬੀਬੀ ਮੁਮਤਾਜ ਨੇ ਨਿਹੰਗ ਖਾਂ ਕੋਟਲੇ ਵਾਲੇ ਦੀ ਸੁਪੁੱਤਰੀ ਔਰ ਆਲਮ ਖਾਂ ਦੀ ਜੋ ਭੈਣ ਸੀ ਛੋਟੀ,
ਬੀਬੀ ਮੁਮਤਾਜ। ਤੇ ਇਹ ਜ਼ਿਕਰ ਆਉਂਦਾ ਹੈ ਵੀ ਉਹ ਸਵੇਰ ਵੇਲੇ ਕਲਗੀਧਰ ਪਾਤਸ਼ਾਹੀ ਦੇ ਉਹਨਾਂ ਸ਼ਸਤਰਾਂ ਦੇ ਪਾਸ ਬੈਠ ਕੇ ਨਾਮ ਜਪਿਆ ਕਰਦੀ ਸੀ, ਤੇ ਸ਼ਾਮ ਦੇ ਵੇਲੇ ਜਿੱਥੇ ਭਾਈ ਬਚਿੱਤਰ ਸਿੰਘ ਜੀ ਦਾ ਅੰਤਮ ਸੰਸਕਾਰ ਕੀਤਾ ਸੀ, ਉਸ ਅਸਥਾਨ ਤੇ ਬੈਠ ਕਰਕੇ ਉਹਨੇ ਨਾਮ ਜਪਣਾ, ਗੁਰਬਾਣੀ ਪੜ੍ਹਨੀ, ਤੇ ਸਾਰਾ ਜੀਵਨ ਇਸ ਤਰੀਕੇ ਨਾਲ ਬਤੀਤ ਕੀਤਾ। ਤੇ ਉੱਥੋਂ ਦੀ ਚਰਨ ਧੂੜੀ ਚੁੱਕ ਕੇ ਭਾਈ ਬਚਿੱਤਰ ਸਿੰਘ ਜੀ ਦੇ ਸੰਸਕਾਰ ਵਾਲੀ ਥਾਂ ਦੀ ਤੇ ਆਪਣੇ ਮਸਤਕ ਤੇ ਲਾਉਣੀ, क्योंकि ऐसा जिक्र है शहीदों की कत्लगाह से क्या बेहतर है काबा, शहीदों की खाक पे तो खुदा भी कुर्बान होता है। कहते शहीदां दी जिहड़ी खाक है ना चरण धूड़ी, उन्हां तो ते खुदा भी परमेश्वर भी कुर्बान हुंदा। काबे नालों भी वड्डी महत्ता शहीदां दे स्थान दी है। जो आशिक हैं शहादत के वो जीना छोड़ देते हैं, खिलौना समझ कर जिस्म को खुशी से फोड़ देते हैं। ना तख्तों ताज ना हूरों की हसरत है, खुदा भी खुदाई दे तो वापस मोड़ देते हैं। शहीद की जो मौत है वो कौम की हयात है, हयात तो हयात है वो मौत भी हयात है। ते बीबी मुमताज ने 131 साल ਦੀ ਕਹਿੰਦੇ ਉਹਨਾਂ ਦੀ ਸਰੀਰ ਕਾਰਬਲਾ ਹੋਈ। 131 ਸਾਲ ਸਾਰਾ ਜੀਵਨ ਨਾਮ ਜਪਦਿਆਂ ਉੱਚਾ ਸੁੱਚਾ ਤੇ ਪਵਿੱਤਰ ਰੱਖਦਿਆਂ ਸਾਰਾ ਜੀਵਨ ਬਤੀਤ ਕੀਤਾ। ਜਿੱਥੇ ਗੁਰੂ ਕੇ ਸ਼ਹੀਦਾਂ ਨੂੰ ਨਮਸਕਾਰ ਹੈ, ਉੱਥੇ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਇਸ ਮੌਕੇ ਤੇ ਸੇਵਾ ਕੀਤੀ, ਨਿਹੰਗ ਖਾਂ ਦੇ ਪਰਿਵਾਰ ਨੂੰ ਤੇ ਬੀਬੀ ਮੁਮਤਾਜ ਨੂੰ ਵੀ ਨਮਸਕਾਰ ਹੈ, ਜਿਨੇ ਐਡਾ ਉੱਚਾ ਸੁੱਚਾ ਜੀਵਨ ਰੱਖ ਕੇ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਮੰਨ ਕੇ, ਸ਼ਹੀਦ ਨੂੰ ਆਪਣਾ ਪਤੀ ਮੰਨ ਕੇ ਆਪਣਾ ਸਾਰਾ ਹੀ ਜੀਵਨ ਜਿਹੜਾ ਉੱਚਾ ਸੁੱਚਾ ਬਤੀਤ ਕੀਤਾ। ਸਾਡੇ ਵਾਸਤੇ ਵੀ ਪੂਰਨੇ ਪਾਏ ਸਿੱਖਿਆ ਕਿ ਅਸੀਂ ਗੁਰੂ ਕੇ ਸਿੰਘ ਸਿੰਘਣੀਆਂ ਹਾਂ, ਸਿੱਖ ਸਿੱਖਣੇ ਹਾਂ, ਤੇ ਅਸੀਂ ਵੀ ਗੁਰੂ ਕੀ ਆਗਿਆ ਦੇ ਵਿੱਚ ਚੱਲੀਏ, ਉੱਚਾ ਸੁੱਚਾ ਜੀਵਨ ਤੇ ਜਤ ਸਤ ਵਾਲਾ ਜੀਵਨ ਜਿਹੜਾ ਬਤੀਤ ਕਰੀਏ। ਤੇ ਅੱਗੇ ਜਿਵੇਂ ਕਲਗੀਧਰ ਪਾਤਸ਼ਾਹ ਸਤਪੋਹ ਦੀ ਰਾਤ ਨੂੰ ਚਮਕੌਰ ਦੇ ਵਿੱਚ ਪਹੁੰਚਦੇ ਆ, ਉਹ ਇਤਿਹਾਸ ਅੱਗੇ ਸਰਵਣ ਕਰਾਂਗੇ। ਗੁਰੂ ਕੀ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।